ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰਿਆਂ ਦੇ ਭੀ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਵਾਲੀਏ ਕੁਲ ਆਲਮ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਭਟਕੀਆਂ ਰੂਹਾਂ ਨੂੰ ਰੌਸ਼ਨੀ ਦੇਣ ਵਾਲੇ ਗੁਰੂਦੇਵ, ਸ਼ਬਦ ਸਵਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਮੁਬਾਰਕ ਗੋਦ ਅੰਦਰ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਅੰਮ੍ਰਿਤਮਈ ਬਾਣੀ ਦਾ ਪਾਠ ਆਪ ਜੀ ਨੇ ਬੜੇ ਪਿਆਰ ਦੇ ਨਾਲ ਸ਼ਰਵਣ ਕੀਤਾ ਹੈ। ਆਓ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਸਾਰੇ ਰਲ ਕੇ ਸਾਂਝ ਬਣਾਉਣ ਦਾ ਯਤਨ ਕਰੀਏ। ਜੋ ਸ਼ਲੋਕ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1380 ਦੇ ਉੱਪਰ ਸੁਭਾਏਮਾਨ ਹਨ। ਲੜੀਵਾਰ ਸ਼ਲੋਕਾਂ ਦੇ ਵਿੱਚੋਂ 46 ਨੰਬਰ ਸ਼ਲੋਕ ਦਾ ਮੂਲ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰਿਆਂ ਦੇ ਭੀ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਆਓ ਸਾਰੇ ਰਲ ਕੇ ਇਸ ਪਾਵਨ ਸ਼ਲੋਕ ਦੀ ਵਿਚਾਰ ਦੇ ਨਾਲ ਸੁਰਤੀਆਂ ਨੂੰ ਇਕਾਗਰ ਕਰਕੇ ਜੁੜਨ ਦਾ ਯਤਨ ਕਰੀਏ। ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਦਾ, ਜਿਉਣ ਦਾ ਨੇਕ ਉਪਰਾਲਾ ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕੇ ਸਾਰੇ ਰਲ ਮਿਲ ਕੇ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ
ਸਾਰੀ ਹੀ ਸੰਗਤ ਗੁਰੂ ਫਤਿਹ ਨਾਲ ਸਾਂਝ ਕਰੋ, ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ ਤੇ ਸਰਬੱਤ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਬਾਰ-ਬਾਰ ਹਲੂਣਾ ਦਿੱਤਾ ਹੈ ਸਾਨੂੰ, ਬਾਰ-ਬਾਰ ਇਹ ਤਾੜਨਾ ਵੀ ਕੀਤੀ ਹੈ, ਪ੍ਰੇਰਨਾ ਵੀ ਦਿੱਤੀ ਹੈ, ਪਿਆਰ ਦੇ ਨਾਲ ਵੀ। ਕੁਝ ਸਖਤ ਸ਼ਬਦਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਪ੍ਰੇਰਨਾ ਵੀ ਦਿੱਤੀ ਹੈ, ਕਿਸੇ ਨੂੰ ਅਹਿਸਾਸ ਕਰਵਾਉਣ ਦੇ ਵਾਸਤੇ। ਅਸੀਂ ਬਹੁਤ ਸਾਰੀਆਂ ਉਦਾਹਰਨਾਂ ਉਹਦੇ ਸਾਹਮਣੇ ਇੱਦਾਂ ਦੀਆਂ ਰੱਖ ਦਿੰਦੇ ਹਾਂ ਤਾਂ ਕਿ ਉਸ ਉਦਾਹਰਨ ਦੇ ਨਾਲ ਉਹਨੂੰ ਆਪਣਾ ਕਰਮ ਸਮਝ ਆ ਜਾਵੇ। ਮਿਸਾਲ ਦੇ ਤੌਰ ਤੇ ਕਿਸੇ ਬੰਦੇ ਨੂੰ ਅਸੀਂ ਇਹ ਪ੍ਰੇਰਨਾ ਦੇਣੀ ਹੋਵੇ ਕਿ ਆਪਣੇ ਪਰਿਵਾਰ ਨੂੰ ਸਮਾਂ ਦਿਆ ਕਰ, ਆਪਣੇ ਬੱਚਿਆਂ ਨੂੰ ਸਮਾਂ ਦਿਆ ਕਰ, ਇਹ ਗੱਲ ਸਮਝਾਉਣੀ ਹੋਵੇ ਤੇ ਅਸੀਂ ਇੰਨੀ ਗੱਲ ਕਹਿਣ ਤੋਂ ਬਾਅਦ ਇਉਂ ਵੀ ਆਖਦੇ ਹਾਂ ਵੀ ਆ ਤੇਰਾ ਬਿਜ਼ਨਸ ਕਿਸ ਕੰਮ ਹੈ, ਤੇਰਾ ਧਨ ਕਮਾਇਆ ਕਿਸ ਕੰਮ ਹੈ। ਜੇ ਆਪਣੇ ਪਰਿਵਾਰ ਵਿੱਚ ਬੈਠ ਕੇ ਬੱਚਿਆਂ ਦੇ ਨਾਲ, ਪਤਨੀ ਦੇ ਨਾਲ, ਮਾਂ-ਬਾਪ ਦੇ ਨਾਲ ਤੂੰ ਆਪਣਾ ਸਮਾਂ ਬਤੀਤ ਨਹੀਂ ਕਰਦਾ, ਦੁੱਖ ਸੁੱਖ ਸਾਂਝਾ ਨਹੀਂ ਕਰਦਾ, ਉਹਨਾਂ ਦੀ ਦੁੱਖ ਪੀੜਾ ਨੂੰ ਨਹੀਂ ਸੁਣਦਾ, ਫਿਰ ਧਨ ਕਮਾਇਆ ਕਿਸ ਕੰਮ ਦਾ ਹੈ। ਅਕਸਰ ਹੀ ਸਮਾਜ ਦੇ ਵਿੱਚ ਕਿਸੇ ਨੂੰ ਸਮਝਾਉਣ ਦੇ ਲਈ, ਪ੍ਰੇਰਨਾ ਦੇਣ ਲਈ, ਜਿੱਥੇ ਇਹ ਵਾਸਤਾ ਦਿੱਤਾ ਜਾਂਦਾ ਹੈ ਆਪਣੇ ਮਾਂ-ਬਾਪ ਨਾਲ ਸਮਾਂ ਵੀ ਗੁਜ਼ਾਰਿਆ ਕਰ, ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਿਆ ਕਰ, ਉਹਦੇ ਨਾਲ ਨਾਲ ਇਹ ਵੀ ਅਹਿਸਾਸ ਕਰਵਾਇਆ ਜਾਂਦਾ ਵੀ ਤੇਰਾ ਕਮਾਇਆ ਹੋਇਆ ਧਨ ਕਿਸ ਕੰਮ ਦਾ ਹੈ ਜੇ ਤੂੰ ਆਪਣਿਆਂ ਵਾਸਤੇ ਸਮਾਂ ਨਹੀਂ ਕੱਢ ਸਕਦਾ। ਇੱਦਾਂ ਹੀ ਮਹਾਰਾਜ ਨੇ ਸਾਰੇ ਸੰਸਾਰ ਨੂੰ ਆਪਣੇ ਕਰਮ ਦਾ ਅਹਿਸਾਸ ਕਰਵਾਇਆ। ਤੇਰਾ ਕਰਮ, ਤੇਰਾ ਜਿਹੜਾ ਅਸਲੀ ਟੀਚਾ ਹੈ ਉਹ ਕੁਝ ਹੋਰ ਹੈ, ਪਰ ਜਿਸ ਗਫਲਤ ਦੀ ਨੀਂਦ ਵਿੱਚ ਤੂੰ ਸੁੱਤਾ ਹੋਇਆ ਹੈ ਤੈਨੂੰ ਜਾਗਣ ਦੀ ਜ਼ਰੂਰਤ ਹੈ। ਜੋ ਕੁਝ ਕੱਖ ਕਾਣ ਇਕੱਠੇ ਕਰੀ ਜਾ ਰਿਹਾ ਹੈ ਤੂੰ, ਇਹ ਕਿਸ ਕੰਮ ਦੇ ਨੇ? ਮਹਾਰਾਜ ਨੇ ਬਹੁਤ ਪਿਆਰੀ ਐਗਜ਼ਾਮਪਲ ਦਿੱਤੀ ਹੈ। ਅਕਸਰ ਹੀ ਸਮਾਜ ਵਿੱਚੋਂ ਆਪਾਂ ਇਹ ਗੱਲਾਂ ਸੁਣਦੇ ਹਾਂ ਵੀ ਬੰਦੇ ਕੋਲ ਸੋਹਣਾ ਮਕਾਨ ਹੋਵੇ, ਰੋਟੀ ਖਾਣ ਵਾਸਤੇ ਵਧੀਆ ਹੋਵੇ, ਕੱਪੜਾ ਪਹਿਨਣ ਵਾਸਤੇ ਵਧੀਆ ਹੋਵੇ। ਮੈਂ ਵਧੀਆ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਇੱਕ ਵਕਤ ਸੀ ਜਦੋਂ ਇਹ ਬੰਦੇ ਦੀਆਂ ਲੋੜਾਂ ਸਨ, ਪਰ ਹੁਣ ਵੇਖੀਏ ਤਾਂ ਹੁਣ ਲੋੜਾਂ ਤੋਂ ਅੱਗੇ ਜਾ ਕੇ ਗੱਲ ਹੋ ਰਹੀ ਹੈ। ਇੱਕ ਵਕਤ ਸੀ ਮਨੁੱਖ ਸੋਚਦਾ ਸੀ ਮੇਰੇ ਰਹਿਣ ਵਾਸਤੇ, ਮੇਰੇ ਜੀਵਨ ਬਸਰ ਕਰਨ ਦੇ ਲਈ ਇੱਕ ਘਰ ਹੋਣਾ ਚਾਹੀਦਾ। ਇਹੋ ਨਹੀਂ ਸੀ ਕਹਿੰਦਾ ਵੀ ਵਧੀਆ ਘਰ ਹੋਣਾ ਚਾਹੀਦਾ, ਕਹਿੰਦਾ ਸੀ ਗੁਜ਼ਾਰਨਾ ਹੈ ਜੀਵਨ ਤੇ ਸਿਰ ਤੇ ਛੱਤ ਹੋਵੇ, ਬਤੀਤ ਕਰਨਾ ਹੈ ਸਮਾਂ ਤੇ ਤਨ ਤੇ ਕੱਪੜਾ ਹੋਵੇ, ਖਾਣ ਵਾਸਤੇ ਭੋਜਨ ਮਿਲ ਜਾਵੇ, ਬਸ ਤ੍ਰਿਪਤੀ ਹੈ। ਇਹਦੇ ਵਿੱਚ ਹੀ ਬੜਾ ਤ੍ਰਿਪਤ ਤੇ ਸੰਤੁਸ਼ਟ ਸੀ। ਸਮੇਂ ਨੇ ਕਰਵਟ ਬਦਲੀ ਹੈ, ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਗਿਆ, ਮਨੁੱਖ ਤਰੱਕੀ ਦੀਆਂ ਲੀਹਾਂ ਤੇ ਚੜ੍ਹ ਗਿਆ। ਜੇ ਵੈਸੇ ਮੈਂ ਇਸ ਗੱਲ ਦਾ ਵਿਸਤਾਰ ਨਹੀਂ ਕਰਾਂਗਾ, ਮੈਂ ਬਸ ਇਹ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਸਮਾਜ ਦੇ ਲਈ ਸਮਝਣਾ ਸੌਖਾ ਹੈ। ਅਸੀਂ ਕਹਿੰਦੇ ਸਮਾਜ ਤਰੱਕੀ ਕਰ ਗਿਆ, ਮੈਂ ਤਾਂ ਹੀ ਇਹ ਸ਼ਬਦ ਵਰਤਿਆ। ਸਮਾਜ ਤਰੱਕੀ ਦੀਆਂ ਲੀਹਾਂ ਤੇ ਚੜ੍ਹਿਆ, ਸਹਿਜੇ ਸਹਿਜੇ ਸਹਿਜੇ। ਜਿਹੜੀ ਚੀਜ਼ ਦੀ ਕੀਮਤ 1-2 ਰੁਪਏ ਸੀ, ਅੱਜ ਉਹ ਤੁਹਾਨੂੰ 100 ਦੇ ਵਿੱਚ ਮਿਲੇਗੀ, ਘੱਟੋ ਘੱਟ 100 ਰੁਪਏ ਦੇ ਨੇੜੇ ਪਹੁੰਚ ਚੁੱਕੀ ਹੋਵੇਗੀ। ਜਿਵੇਂ ਜਿਵੇਂ ਬੰਦੇ ਨੇ ਤਰੱਕੀ ਕੀਤੀ, ਜਿਵੇਂ ਜਿਵੇਂ ਸਮੇਂ ਦੇ ਵਿੱਚ ਰਹਿ ਕੇ ਬੰਦੇ ਨੇ ਆਪਣੇ ਕੰਮ ਕਾਜ ਦੀ ਸਪੀਡ ਜਿਹੜੀ ਹੈ ਉਹ ਤੇਜ਼ ਕਰ ਦਿੱਤੀ ਹੈ, ਆਪਣੀ ਇਨਕਮ ਦੀ ਜਿਹੜੀ ਸਪੀਡ ਹੈ ਉਹ ਵੀ ਤੇਜ਼ ਕਰ ਲਈ ਹੈ ਬੰਦੇ ਨੇ। ਘਰ ਵੀ ਵੱਡੇ ਵੱਡੇ ਬਣਾ ਲਏ, ਕੱਪੜਾ ਵੀ ਮਹਿੰਗਾ ਪਾ ਲਿਆ,
ਰੋਟੀ ਪ੍ਰਸ਼ਾਦਾ ਵੀ ਮਹਿੰਗਾ ਵਧੀਆ ਤਿਆਰ ਕਰ ਲਿਆ। ਗੱਲ ਇਹ ਨਹੀਂ ਹੈ ਕਿ ਬੰਦੇ ਕੋਲ ਐਸਾ ਕੁਝ ਹੋਣਾ ਨਹੀਂ ਚਾਹੀਦਾ। ਗੱਲ ਇਹ ਹੈ ਕਿ ਮਨੁੱਖ ਆਪਣੀਆਂ ਲੋੜਾਂ ਤੋਂ ਵੱਧ ਕੇ ਕੀ ਸੋਚਦਾ ਹੈ। ਜੋ ਲੋੜਾਂ ਤੋਂ ਵੱਧ ਕੇ ਸੋਚ ਰਿਹਾ, ਉਹਦੇ ਬਾਰੇ ਮਹਾਰਾਜ ਦੀ ਬਾਣੀ ਨੇ ਇਹਨੂੰ ਰੋਕ ਲਾਈ ਹੈ ਵੀ ਐਵੇਂ ਭਟਕਦਾ ਨਾ ਫਿਰ, ਐਵੇਂ ਉਲਝਿਆ ਨਾ ਫਿਰ, ਸਾਰਾ ਜੀਵਨ ਇਉਂ ਹੀ ਬਰਬਾਦ ਕਰਕੇ ਨਾ ਤੁਰ ਜਾਵੇਂ। ਸੰਸਾਰ ਵਿੱਚ ਆਇਆ ਤੇ ਨਿਸ਼ਾਨਾ ਹੈ ਕੋਈ ਤੇਰਾ, ਇਸ ਸੰਸਾਰ ਵਿੱਚ ਆ ਕੇ ਵੀ ਤੂੰ ਇੱਕ ਕਮਾਈ ਕਰਨੀ ਹੈ। ਕਮਾਈ ਕੇਵਲ ਦੁਨਿਆਵੀ ਧਨ ਦੀ ਨਹੀਂ, ਉਹ ਹੈ ਨਾਮ ਦੇ ਧਨ ਦੀ। ਤੇ ਸ਼ੁਕਰਾਨੇ ਦੇ ਵਿੱਚ ਜਿਉਂਦਿਆਂ ਇਉਂ ਆਖਿਆ ਕਰ, ਤਾਸਿਓ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ। ਉਹਦੇ ਨਾਲੋਂ ਨਾਤਾ ਤੋੜ ਕੇ, ਉਹਦੇ ਨਾਲੋਂ ਸੰਬੰਧ ਤੋੜ ਕੇ, ਪ੍ਰੇਮ ਦੀ ਭਾਵਨਾ ਜਿਹੜੀ ਹੈ ਇਹ ਛੱਡ ਕੇ ਫਿਰ ਮੇਰੇ ਤੋਂ ਜੀਵਿਆ ਵੀ ਕਿਵੇਂ ਜਾਵੇਗਾ। ਤਾਸਿਓ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ। ਜੇ ਇੱਕ ਵਾਰੀ ਟੁੱਟ ਗਈ, ਇੱਕ ਵਾਰੀ ਨਾਤਾ ਟੁੱਟ ਗਿਆ, ਫਿਰ ਬਣੇਗਾ ਕਿਵੇਂ, ਜੁੜੇਗਾ ਕਿਵੇਂ। ਜਿਨਨੇ ਜਿੰਦ ਦਿੱਤੀ, ਜਿਨਨੇ ਪ੍ਰਾਣ ਦਿੱਤੇ ਐ, ਐਸੇ ਮਾਲਕ ਨਾਲ ਨਾਤਾ ਫਿਰ ਬਣੇਗਾ ਕਿਵੇਂ। ਇਹ ਤਾਂ ਰਿਸ਼ਤਾ ਹੀ ਬੜਾ ਡੂੰਘਾ ਹੈ, ਬੜੇ ਪਿਆਰ ਵਾਲਾ ਰਿਸ਼ਤਾ ਹੈ। ਜੀਵ ਆਤਮਾ ਦਾ ਤੇ ਪਰਮਾਤਮਾ ਦਾ ਆਪਸੀ ਪਰਸਪਰ ਸੰਬੰਧ ਉਦੋਂ ਜੁੜਦਾ ਏ ਜਦੋਂ ਮਨੁੱਖ ਨੂੰ ਸ਼ੁਕਰਾਨਾ ਕਰਨਾ ਆ ਜਾਵੇ। ਜਦੋਂ ਮਨੁੱਖ ਆਪਣੀ ਰਸਨਾ ਤੋਂ ਇੰਨਾ ਕੁ ਗਾਉਣ ਲੱਗ ਪਵੇ ਨਾ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਬਸ ਇੱਥੇ ਆ ਕੇ ਪਤਾ ਲੱਗ ਗਿਆ, ਤੇਰੀ ਕਿਰਪਾ ਦੀ ਛਤਰੀ ਦੇ ਹੇਠ ਬਹੁਤ ਸਾਰੇ ਸੁੱਖ ਨੇ ਜਿਨ੍ਹਾਂ ਨੂੰ ਮੈਂ ਮਾਣ ਨਹੀਂ ਸਕਦਾ, ਜਿਨ੍ਹਾਂ ਨੂੰ ਮੈਂ ਸਮਝ ਨਾ ਸਕਿਆ, ਕਿਉਂਕਿ ਛਤਰੀ ਤੇਰੀ ਬੜੀ ਬਖਸ਼ਿਸ਼ ਵਾਲੀ ਹੈ, ਕਿਰਪਾ ਵਾਲੀ ਹੈ। ਤੇਰੀ ਕਿਰਪਾ ਦੀ ਛਤਰੀ ਦੇ ਹੇਠ ਮੈਂ ਆਵਾਂਗਾ ਤਾਂ ਇਹਨਾਂ ਦੀ ਉਹ ਅਸਲੀਅਤ ਨੂੰ ਸਮਝ ਸਕਾਂਗਾ, ਉਹਨਾਂ ਗੁਣਾਂ ਦੀ ਅਸਲੀਅਤ ਤੋਂ ਜਾਣੂ ਹੋ ਸਕਾਂਗਾ, ਤਾਂ ਹੀ ਤਾਂ ਰਸ ਮਾਣ ਸਕਾਂਗਾ, ਤਾਂ ਹੀ ਆਨੰਦ ਮਾਣ ਸਕਾਂਗਾ। ਅਦਰਵਾਈਜ਼ ਤੇਰੀ ਕਿਰਪਾ ਦੀ ਛਤਰੀ ਤਾਂ ਸਾਰਿਆਂ ਦੇ ਉੱਪਰ ਤਣੀ ਹੋਈ ਹੈ, ਪਰ ਉਸ ਛਤਰੀ ਦੇ ਹੇਠ ਆਉਣ ਲਈ ਮੈਂ ਨਹੀਂ ਤਿਆਰ। ਮੈਂ ਨਹੀਂ ਮਾਣ ਸਕਿਆ ਉਸ ਸੁੱਖ ਨੂੰ ਜਿਹੜਾ ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕਨੇਰੇ ਸੁੱਖ ਨੇ ਤੇਰੀ ਕਿਰਪਾ ਦੀ ਛਤਰੀ ਹੇਠ, ਪਰ ਮੈਂ ਤਾਂ ਇੱਕ ਵੀ ਨਹੀਂ ਮਾਣ ਸਕਿਆ। ਤੋ ਖੈਰ, ਮਹਾਰਾਜ ਨੇ ਬੜੇ ਪਿਆਰ ਦੇ ਨਾਲ ਸਾਨੂੰ ਬਾਣੀ ਵਿੱਚ ਸਮਝਾਇਆ ਕਿ ਵੇਖ ਭਾਈ, ਸਾਰੀ ਜ਼ਿੰਦਗੀ ਤੋਂ ਮਿਹਨਤ ਕਰਦਾ ਹੈ। ਦੋ ਤਰ੍ਹਾਂ ਦਾ ਘਰ ਬਾਣੀ ਨੇ ਜ਼ਿਕਰ ਕੀਤਾ ਹੈ। ਇੱਕ ਘਰ ਉਹ ਹੈ ਜਿਸ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹਦੀ ਚਾਰ ਦੀਵਾਰੀ ਹੈ। ਇੱਕ ਬਿਲਡਿੰਗ, ਇੱਕ ਕਮਰਾ ਜਿਹਦੇ ਛੱਤ ਦੇ ਹੇਠ ਅਸੀਂ ਰਾਤ ਦਿਨ ਗੁਜ਼ਾਰਦੇ ਹਾਂ। ਅਸੀਂ ਉਹਨੂੰ ਵੀ ਘਰ ਕਹਿੰਦੇ ਹਾਂ, ਜਿੱਥੇ ਸਾਰਾ ਪਰਿਵਾਰ ਇਕੱਠਾ ਹੋ ਕੇ ਰਹਿੰਦੇ ਹਾਂ। ਦੂਸਰਾ ਘਰ ਮਹਾਰਾਜ ਨੇ ਸਾਡੇ ਇਸ ਸਰੀਰ ਨੂੰ ਆਖਿਆ। ਜਰਾ ਕੁ ਗੌਰ ਨਾਲ ਸਮਝਿਓ। ਕਈ ਵਾਰੀ ਅਸੀਂ ਗੁਰਬਾਣੀ ਦੇ ਅਰਥ ਨਾ ਵਾਕਫੀ ਕਰਕੇ ਕੇਵਲ ਤੇ ਕੇਵਲ ਉਸ ਇੱਟਾਂ ਦੀ ਚਾਰ ਦੀਵਾਰੀ ਵਾਲੇ ਘਰ ਨਾਲ ਹੀ ਜੋੜ ਦਿੰਦੇ ਹਾਂ। ਮਹਾਰਾਜ ਨੇ ਬਾਣੀ 'ਚ ਇੱਕ ਸ਼ਬਦ ਵਰਤਿਆ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਨਿਜ ਘਰ ਦਾ ਅਰਥ ਕੀ ਹੈ? ਆਪਣਾ ਨਿੱਜੀ ਟਿਕਾਣਾ। ਉਹ ਟਿਕਾਣਾ ਜਿੱਥੇ ਮਨ ਆਫੁਰ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ, ਜਿੱਥੇ ਮਨ ਦੇ ਭਟਕਣਾ ਹੀ ਖਤਮ ਹੋ ਜਾਂਦੀ ਹੈ, ਉਹਨੂੰ ਨਿਜ ਘਰ ਆਖਿਆ, ਉਹਨੂੰ ਅਸਲੀ ਘਰ ਆਖਿਆ। ਜਦੋਂ ਜੀਵਨ ਸਥਿਰ ਹੋ ਜਾਵੇ, ਮਹਾਰਾਜ ਕਹਿੰਦੇ ਮਨ ਜਿਹੜਾ ਨਿਜ ਘਰ ਵਿੱਚ ਟਿਕ ਗਿਆ, ਬੌਰ ਨਾ ਹੋਏ ਗੋ ਫੇਰਾ। ਦੁਬਾਰਾ ਆਉਣ ਜਾਣ ਵਾਲੀ ਜਿਹੜੀ ਪ੍ਰਕਿਰਿਆ ਹੈ ਨਾ, ਉਹ ਖਤਮ ਹੋ ਜਾਵੇਗੀ। ਜਿਹੜੀ ਭੱਜ ਨੱਠ ਦੌੜ, ਇੱਧਰ ਉੱਧਰ ਦੀਆਂ ਉਲਝਣਾਂ, ਇਹ ਸਾਰੀਆਂ ਮਨ ਨੂੰ ਪਈਆਂ ਨੇ। ਜਦੋਂ ਮਨ ਟਿਕ ਗਿਆ ਨਿਜ ਘਰ ਦੇ ਵਿੱਚ,
और उस वक्त ये सारियां उलझना ही समाप्त हो जाणगियां, इन्हां दा मूल मुद्दा ही नहीं रहेगा, मन स्थिर हो जाएगा। महाराज ने एक उस बिल्डिंग का जिक्र किया जिहड़ी इट्टां दे नाल उसारी हुई है, ते एक उस बिल्डिंग का भी जिक्र किया है जिहड़ी हड्ड मास चमड़ी खून मिज का गारा ला के तैयार की गई है। आप बाणी विच एक बचन पढ़ते हैं, प्राणी क्या मेरा क्या तेरा, जैसे तरवर पंख बसेरा। हे प्राणी की तेरा है, एवें आ तेरा है आ मेरा है, इदां दियां गल्लां करदा है तू। आ वस्तु मेरी है आ तेरी है, मेर तेर हर वक्त तेरी सुरत विच चलदी है, आ तेरा है आ मेरा है। इदां दियां गल्लां तू वंडियां दे रूप विच करदा ही रहना है तू। तो महाराज कहंदे इस संसार दे अंदर इदां दा तेरा बसेरा भी जिवें एक पंछी आलणे दे विच रहिंदा है। आलना कित्थे पाया? दरख्त दे उपर। दरख्त नूं कट्टण वाला लकड़हारा कदों आया, उन्हें कदों आके दरख्त दीयां जड़ां दे उपर कुहाड़ा चला दिता, नाल दरख्त भी ढह ढेरी हो गया ते नाल आलना भी जमीन ते डिग पिया। ते जिवें एक पंछी दरख्त दे उपर किन्ना क समां गुजारदा है। एग्जाम्पल बहुत प्यारी है, उदाहरण बड़ी कीमती दिती है, समझण वाली। कहन लगे क्या मेरा क्या तेरा, जैसे तरवर पंख बसेरा। जिवें पंछी का थोड़ा क समा एक दरख्त दे उपर पेड़ दे उपर वासा हुंदा है, उडारी लाउंदा ते दूजे पासे तुर जांदा है। सतगुरु महाराज ने इस तरह की उदाहरण दे के ते बड़ा कीमती संधात इस शब्द दे राही साडी झोली विच पाया है। महाराज आखदे राखो कंध उसारो नीवा। बड़ी डूंगी नींह तैयार करदा है बंदा, उहदे उपर एक दीवार खड़ी करदा है, उस नींह दे विचों चुकदा है दीवार, बड़ी सख्त ते ताकतवर ते स्ट्रोंग उहनूं मटीरियल लाया जांदा है। महाराज कहंदे 3.5 हाथ तेरी सीमा। इन्नियां तकड़ाइयां करके इन्नियां मजबूत नीहां तैयार करके तू घर तैयार करदा है, पर जगह किन्नी कुछ चाहिदी है तैनूं? कहंदे 3.5 हाथ तेरी सीवा। बंके बाल पाग सिर डेरी, ए तन होए गो भस्म की ढेरी। बंके बाल पाग सिर डेरी। हुण साडी सुंदरता दी इस शरीर रूप घर दी महाराज ने तारीफ भी की है। कहंदे जिन्नू सोहना सवारिया ते साजिया ते शिंगारिया, जिन्नू रात दिन साफ सुथरा करके सोहना ते सवार के दुनिया दे सामने पेश होना है ना, ये तन होए गो भस्म की ढेरी। भस्म किनू कहंदे ने? राख नूं। उच्चे मंदिर सुंदर नारी। मंदिर दा अर्थ है घर। शरीर दा उच्चा लम्मा होना ही असल विच गुरमुख नहीं है। गुरमुख है तेरी सोच दा उच्चा लंबा होना, यह है गुरमुख दी निशानी। उच्चे मंदिर, घर उच्चा होना, घर दी बिल्डिंग उच्ची होनी, यह उच्चे होने दी निशानी नहीं है। घर दियां बिल्डिंगां ते भावें 3-3 मंजिलियां कोठियां भी क्यों ना बणियां होण, जे उस उच्ची दीवार दे विच रहण वाले बंदे दी सोच नीवीं है तां फिर कुछ नहीं हो सकदा। घर उच्चा बना लिया, पैसे करके रुतबा उच्चा प्राप्त कर लिया, पर सोच नूं उच्चा चुकण लई की कीता है? जे बंदे दी सोच अजे भी उन्हां पाटियां पुराणियां गलियां सड़ियां रजाइयां दे विच उंगलांदी फिरदी है, फिर दुनिया दे अंदर बंदा उचाइयां नूं ते छू सकदा है पर सुरत नूं उच्चा नहीं कर सकिया।
ਇਹਦੇ ਤੋਂ ਵੱਡਾ ਹੋਰ ਮਹਾਪਾਪ ਤੇ ਗੁਸਤਾਖੀ ਕੀ ਹੋ ਸਕਦੀ ਹੈ ਜਿਹੜੀ ਇਸ ਮਨੁੱਖਾ ਜੀਵਨ ਵਿੱਚ ਤੂੰ ਕਰ ਬੈਠਾ ਹੈ। ਸੱਚਾ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਰੱਬ ਦੇ ਨਾਮ ਤੋਂ ਬਿਨਾ ਤੂੰ ਇਹ ਜੀਵਨ ਦੀ ਬਾਜੀ ਹਾਰ ਚੁੱਕਿਆ, ਹਾਰ ਕੇ ਗਿਆ ਇਥੋਂ। ਰੱਬ ਦੇ ਨਾਮ ਤੋਂ ਬਿਨਾ ਤੂੰ ਜੇਤੂ ਨਹੀਂ ਹੈ, ਹਰਿਆ ਹੋਇਆ ਹੈ ਆਪਣੇ ਆਪ ਦੇ ਵਿੱਚ। ਇਹ ਤੂੰ ਪੱਕਾ ਕਰ ਲੈ ਵੀ ਮੈਂ ਜੇਤੂ ਨਹੀਂ। ਜੇ ਮਾਲਕ ਦੇ ਗੁਣ ਤੇਰੇ ਕੋਲ ਨਹੀਂ ਹੈ, ਨੇਕੀ ਸਚਾਈ ਤੇ ਧਰਮ ਤੇਰੇ ਪੱਲੇ ਵਿੱਚ ਨਹੀਂ ਹੈ, ਤੇ ਤੂੰ ਮਤ ਸੋਚੀ ਮੈਂ ਜੇਤੂ ਹਾਂ। ਤੂੰ ਤਾਂ ਦੁਨੀਆ ਦਾ ਰਾਜਾ ਮਹਾਰਾਜਾ ਹੁੰਦਿਆਂ ਹੋਇਆਂ ਵੀ, ਬੜਾ ਵੱਡਾ ਸੁਲਤਾਨ, ਫੌਜਾਂ ਘੋੜੇ ਤੇ ਸ਼ਾਸਤਰਾਂ ਦਾ ਮਾਲਕ ਹੁੰਦਾ ਹੋਇਆ ਵੀ ਤੂੰ ਹਰਿਆ ਹੋਇਆ ਹੈ, ਹਾਰ ਗਿਆ ਹੈ ਤੂੰ ਜੀਵਨ ਦੀ ਬਾਜੀ। ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਬਾਜੀ ਹਾਰ ਗਿਆ ਹੈ ਕਿਸ ਚੀਜ਼ ਤੋਂ? ਰੱਬ ਦੇ ਨਾਮ ਤੋਂ ਬਿਨਾ। ਦੋ ਦੇਸ਼ਾਂ ਦਾ ਜੰਗ ਯੁੱਧ ਚੱਲ ਰਿਹਾ ਹੋਵੇ, ਇੱਕ ਦੇਸ਼ ਦੀ ਪਬਲਿਕ ਮਾਰ ਦਿੱਤੀ ਜਾਵੇ, ਬਹੁਤ ਵੱਡੀ ਗਿਣਤੀ ਦੇ ਵਿੱਚ ਉਹਦੇ ਨਾਗਰਿਕਾਂ ਨੂੰ ਮੌਤ ਦਾ ਸਾਇਆ ਜਿਹੜਾ ਵਾ ਉਹ ਪ੍ਰਾਪਤ ਕਰਨਾ ਪਿਆ, ਮੌਤ ਨੂੰ ਗਲ ਨਾਲ ਲਾਉਣਾ ਪਿਆ, ਲਾਸ਼ਾਂ ਦੇ ਢੇਰ ਲੱਗ ਜਾਂਦੇ ਨੇ। ਦੂਸਰੇ ਦੇਸ਼ ਦੀ ਤਾਕਤ ਦੇ ਬਰਾਬਰ ਜਾਂ ਉਹਦੇ ਨਾਲ ਲੜਨ ਦੀ ਸਮਰੱਥਾ ਇਹਨਾਂ ਕੋਲ ਨਹੀਂ ਸੀ। ਗੋਲੀ ਸਿੱਕਾ ਬਰੂਦ ਉਹਨਾਂ ਨਹੀਂ ਸੀ ਜਿੰਨਾ ਅਗਲਿਆਂ ਕੋਲ ਸੀ। ਬਹੁਤ ਸਾਰੇ ਨਾਗਰਿਕ ਮਰਵਾ ਲੈਂਦੇ ਨੇ, ਬਹੁਤ ਸਾਰੀਆਂ ਫੌਜਾਂ ਧਰਤੀ ਤੇ ਸਫਾ ਚੱਟ ਹੋ ਜਾਂਦੀਆਂ ਨੇ। ਤੇ ਬਾਅਦ ਵਿੱਚ ਜਦੋਂ ਪਤਾ ਲੱਗਦਾ ਹੈ ਵੀ ਇਹ ਲੜਾਈ ਤਾਂ ਸ਼ੁਰੂ ਹੋ ਗਈ ਸੀ, ਇਸ ਲਈ ਇਸ ਦੇਸ਼ ਦੇ ਮੁਲਕ ਦੇ ਇੰਨੇ ਨਾਗਰਿਕ ਮਾਰੇ ਗਏ ਨੇ ਕਿਉਂਕਿ ਇਹਨਾਂ ਦੇ ਕੋਲ ਲੜਨ ਵਾਲੀ ਜਿਹੜੀ ਤਾਕਤ ਸੀ, ਇਹਨਾਂ ਦੇ ਕੋਲ ਲੜਨ ਵਾਲੇ ਜਵਾਨ ਤੇ ਬਹੁਤ ਸਨ, ਪਰ ਇਹਨਾਂ ਦੇ ਕੋਲ ਉਹ ਹਥਿਆਰ ਨਹੀਂ ਸਨ ਜਿਨ੍ਹਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਇਹ ਜੇਤੂ ਹੋ ਜਾਂਦੇ। ਹਥਿਆਰ ਨਾ ਹੋਣ ਕਰਕੇ ਹਾਰ ਦਾ ਮੂੰਹ ਵੇਖਣਾ ਪਿਆ। ਇਹ ਲਾਸ਼ਾਂ ਧਰਤੀ ਤੇ ਸਫਾ ਚੱਟ ਪਈਆਂ ਦਿਸਦੀਆਂ ਨੇ। ਇਹਦਾ ਕਾਰਨ ਇੱਕ ਹੈ, ਜਿਹੜੀ ਚੀਜ਼ ਇਹਨਾਂ ਦੇ ਕੋਲ ਹੋਣੀ ਚਾਹੀਦੀ ਸੀ ਉਹ ਹੈ ਨਹੀਂ ਸੀ, ਇਸ ਲਈ ਇਹਨਾਂ ਨੂੰ ਹਾਰ ਦਾ ਮੂੰਹ ਵੀ ਵੇਖਣਾ ਪਿਆ, ਨੁਕਸਾਨ ਦਾ ਮੂੰਹ ਵੀ ਵੇਖਣਾ ਪਿਆ। ਤੋ ਜ਼ਿੰਦਗੀ ਦੇ ਵਿੱਚ ਬੰਦਾ ਸਭ ਤੋਂ ਵੱਡੀ ਹਾਰ ਉਦੋਂ ਖਾਂਦਾ ਹੈ ਜਦੋਂ ਮਾਲਕ ਵਾਹਿਗੁਰੂ ਦੇ ਗੁਣਾਂ ਤੋਂ ਸਖਣਾ ਹੈ। ਉਦੋਂ ਵਿਕਾਰ ਜੇਤੂ ਹੁੰਦੇ ਨੇ, ਬੰਦਾ ਹਰਿਆ ਹੁੰਦਾ ਹੈ। ਮਾਇਆ ਜੇਤੂ ਹੋ ਜਾਂਦੀ ਹੈ, ਬੰਦੇ ਦੀ ਸੁਰਤ ਜਿਹੜੀ ਹੈ ਉਹ ਮਾਇਆ ਵਿੱਚ ਗਲਤਾਨ ਹੋ ਕੇ ਜ਼ਿੰਦਗੀ ਦੀ ਅਸਲੀਅਤ ਤੋਂ ਖੁੰਝ ਜਾਂਦੀ ਹੈ। ਜੀਵਨ ਦੀ ਬਾਜੀ ਬੰਦਾ ਹਾਰ ਜਾਂਦਾ ਹੈ। ਬਹੁਤ ਸਾਰੇ ਲੋਕ ਜ਼ਿੰਦਗੀ ਜਿਉਂਦੇ ਜਿਉਂਦੇ ਜਦੋਂ ਆਪਣੇ ਆਪ ਜ਼ਿੰਦਗੀ ਨਾਲ ਫੈਸਲੇ ਲੈ ਲੈਂਦੇ ਨੇ, ਸਮਝ ਲੈਣਾ ਜ਼ਿੰਦਗੀ ਜਿਉਣ ਦਾ ਢੰਗ ਨਹੀਂ ਹੈ। ਜ਼ਿੰਦਗੀ ਕਿੰਨੀ ਮਹੱਤਵਪੂਰਨ ਹੈ ਇਹਦੇ ਬਾਰੇ ਨਹੀਂ ਜਾਣ ਸਕੇ। ਜੀਵਨ ਦੀ ਬਾਜੀ ਹਾਰਿਆ ਹੋਇਆ ਬੰਦਾ ਨੀਵੇਂ ਤੋਂ ਨੀਵਾਂ ਕਰਮ ਕਰਨ ਦੇ ਲਈ ਵੀ ਤਿਆਰ ਹੋ ਜਾਂਦਾ ਹੈ। ਤੋ ਸੱਚਾ ਪਾਤਸ਼ਾਹ ਜੀ ਨੇ ਪਾਵਨ ਸ਼ਲੋਕ ਦੇ ਰਾਹੀਂ ਜਿਹੜਾ ਬਚਨ ਕੀਤਾ ਹੈ, ਗੁਰੂ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਫਰੀਦਾ ਕੋਠੇ ਮੰਡਪ ਮਾੜੀਆਂ, ਹੇ ਫਰੀਦ ਆਖ ਕੋਠੇ ਮੰਡਪ। ਮੰਡਪ ਦਾ ਅਰਥ ਹੁੰਦਾ ਕੀਮਤੀ ਸ਼ਾਮਿਆਨੇ। ਬਹੁਤ ਵਧੀਆ ਤੇ ਵੱਡੀ ਕੀਮਤ ਰੱਖਣ ਵਾਲੇ ਜਿਹੜੇ ਸ਼ਾਮਿਆਨੇ ਨੇ। ਪੁਰਾਣੇ ਸਮਿਆਂ ਦੇ ਅੰਦਰ ਰਾਜੇ ਮਹਾਰਾਜਿਆਂ ਦੇ ਲਾਹੋ ਲਸ਼ਕਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਸਨ, ਔਰ ਸਫ਼ਰ ਕਰਦਿਆਂ ਕਰਦਿਆਂ ਜਿੱਥੇ ਰਾਤ ਪੈ ਜਾਂਦੀ ਸੀ ਨਾ, ਉੱਥੇ ਜਿਹੜੇ ਸਿਪਾਹ ਸਲਾਰ ਹੁੰਦੇ ਸੀ ਮਹਾਰਾਜੇ ਦੀ ਉਤਾਰੀ ਕਰਵਾਉਂਦੇ ਸਨ। ਰਾਜਾ ਹਾਥੀ ਤੋਂ ਉਤਰਦਾ ਸੀ, ਬਾਦਸ਼ਾਹ ਹਾਥੀ ਦੀ ਅੰਬਾਰੀ ਵਿੱਚੋਂ ਉਤਰਦਾ ਸੀ, ਔਰ ਉਹਦੇ ਉਤਰਨ ਤੋਂ ਪਹਿਲਾਂ ਜਿਹੜੇ ਸ਼ਾਮਿਆਨੇ ਲੱਗੇ ਹੁੰਦੇ ਸੀ, ਤੰਬੂ ਤਿਆਰ ਕੀਤੇ ਜਾਂਦੇ ਸੀ, ਵਧੀਆ ਤੋਂ ਵਧੀਆ ਸ਼ਾਮਿਆਨੇ ਜਿਹੜੇ ਲੱਗਦੇ ਸਨ। ਗੌਰ ਕਰਿਓ,
ਉਹਨਾਂ ਮਹਾਰਾਜਿਆਂ ਦੇ ਸਿਰਾਂ ਦੇ ਉੱਪਰ ਵਧੀਆ ਚੰਦੋਏ ਸਨ, ਵਧੀਆ ਚਾਂਦਨੀਆਂ ਲੱਗਦੀਆਂ ਸਨ। ਔਰ ਜੇ ਅਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੀਏ, 1.25 ਲੱਖ ਰੁਪਏ ਦੀ ਉਸ ਵਕਤ ਦੀ ਕੀਮਤ ਵਾਲੀ ਚਾਂਦਨੀ ਜਿਹੜੀ ਸੀ, ਮਹਾਰਾਜਾ ਰਣਜੀਤ ਸਿੰਘ ਨੂੰ ਕਾਬਲ ਦੀ ਸੰਗਤ ਦੇ ਵੱਲੋਂ ਇੱਕ ਬੜੀ ਕੀਮਤੀ, ਬਹੁਤ ਵੱਡੀ ਕੀਮਤ ਵਾਲੀ ਜਿਹੜੀ ਸੀ ਚਾਂਦਨੀ ਭੇਟ ਕੀਤੀ ਗਈ। ਔਰ ਉਹਨਾਂ ਨੇ ਆਖਿਆ ਮੈਂ ਕਾਬਲ ਨਹੀਂ ਇਸ ਚਾਂਦਨੀ ਦੇ। ਔਰ ਉਹ ਚਾਂਦਨੀ ਉਹਨਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਤੇ ਭੇਟ ਕਰ ਦਿੱਤੀ। ਕਹਿਣ ਲੱਗੇ ਵੀ ਇਹ ਪਾਤਸ਼ਾਹਾਂ ਦੇ ਸਿਰ ਤੇ ਸੋਂਦੀ ਹੈ, ਇਹ ਬਾਦਸ਼ਾਹਾਂ ਦੇ ਸਿਰ ਤੇ ਨਹੀਂ ਸੋਂਦੀ। ਚਲੋ ਇਹ ਇੱਕ ਤਰ੍ਹਾਂ ਦੀ ਮਹਾਰਾਜਾ ਸਾਹਿਬ ਦੀ ਫਰਾਖ ਦਿਲੀ ਸੀ, ਤੇ ਗੁਰੂ ਪਾਤਸ਼ਾਹ ਨਾਲ ਪਿਆਰ ਤੇ ਸਨੇਹ ਤੇ ਗੁਰੂ ਦਾ ਵੱਡਪਣ ਜਿਹੜਾ ਸੀ ਉਹਨਾਂ ਨੇ ਪ੍ਰਗਟ ਕੀਤਾ ਹੈ। ਮੈਂ ਅਰਜ਼ ਕਰ ਰਿਹਾ ਸੀ, ਬਾਦਸ਼ਾਹ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸਨ ਤੇ ਰਾਹਾਂ ਦੇ ਵਿੱਚ ਹਨੇਰਾ ਹੋ ਜਾਂਦਾ ਸੀ, ਰਾਤ ਗੁਜ਼ਾਰਦੇ ਸਨ ਇੱਕ ਥਾਂ ਤੇ, ਤੰਬੂ ਲੱਗਦੇ ਸਨ, ਵਧੀਆ ਸ਼ਾਮਿਆਨੇ ਲੱਗਦੇ ਸਨ। ਔਰ ਉਸ ਵਕਤ ਇੱਕੋ ਇੱਕ ਜ਼ਰੀਆ ਹੁੰਦਾ ਸੀ ਆਪਣਾ ਰੈਣ ਬਸੇਰਾ ਕਰਨ ਦਾ, ਵੀ ਰਾਤ ਕਿਤੇ ਗੁਜ਼ਾਰਨੀ ਹੈ ਤਾਂ ਆਪਣਾ ਸਾਜੋ ਸਮਾਨ ਨਾਲ ਲੈ ਕੇ ਉਹ ਕਾਫਲਾ ਤੁਰਦਾ ਸੀ। ਉਹਨੂੰ ਸ਼ਾਮਿਆਨਾ ਕਹਿੰਦੇ ਨੇ, ਉਹਨਾਂ ਸੋਹਣੇ ਤੰਬੂਆਂ ਨੂੰ ਜਿਹੜੀਆਂ ਉੱਪਰ ਚਾਂਦਨੀਆਂ ਸੋਂਦੀਆਂ ਨੇ। ਤੇ ਕਈ ਤਾਂ ਇੰਨੀਆਂ ਕੁ ਮਹਿੰਗੀਆਂ ਹੁੰਦੀਆਂ ਕਿ ਉਹਨਾਂ ਦੇ ਉੱਪਰ ਕੀਮਤੀ ਮੋਤੀ ਵੀ ਲੱਗੇ ਹੁੰਦੇ ਨੇ, ਉਹਨਾਂ ਨੂੰ ਆਲੇ ਦੁਆਲੇ ਸੋਨੇ ਦੀ ਜ਼ਰੀ ਵੀ ਲੱਗੀ ਹੁੰਦੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਫਰੀਦਾ ਕੋਠੇ ਮੰਡਪ, ਮੰਡਪ ਦਾ ਅਰਥ ਹੈ ਸ਼ਾਮਿਆਨੇ, ਮਾੜੀਆਂ, ਮਾੜੀਆਂ ਦਾ ਅਰਥ ਹੈ ਮਹਿਲ ਚੁਬਾਰੇ, ਉੱਚੀਆਂ ਅਟਾਰੀਆਂ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਪੀ ਗਏ, ਉਸਾਰ ਕੇ ਇੱਥੋਂ ਚਲੇ ਗਏ। ਵਧੀਆ ਕੀਮਤੀ ਸ਼ਾਮਿਆਨੇ, ਵਧੀਆ ਕੋਠੇ, ਵਧੀਆ ਮਹਿਲ, ਮਾੜੀਆਂ, ਘਰ ਚੁਬਾਰੇ ਉਸਾਰ ਕੇ ਇੱਥੋਂ ਚਲੇ ਗਏ। ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਜਿਹੜਾ ਅਸਲੀ ਸੌਦਾ ਕਰਨਾ ਸੀ ਨਾ, ਉਹ ਭੁੱਲ ਗਏ। ਕੀਤਾ ਕੀ ਹੈ ਸਾਰੀ ਜ਼ਿੰਦਗੀ ਦੇ ਵਿੱਚ? ਕੂੜਾ ਸੌਦਾ, ਝੂਠਾ ਸੌਦਾ ਕਤਰ ਕੀਤਾ। ਵੈਸੇ ਝੂਠੇ ਸੌਦੇ ਦੇ ਉੱਪਰ ਸੱਚ ਦਾ ਲੇਬਲ ਲਾ ਕੇ ਬੰਦਾ ਦੂਜਿਆਂ ਨੂੰ ਭੁਲੇਖਾ ਦੇ ਸਕਦਾ ਹੈ। ਉਹਦਾ ਮਾਰਕਾ ਸੱਚ ਦਾ ਹੋਵੇ ਤੇ ਅੰਦਰ ਝੂਠ ਹੋਵੇ। ਦੁਨੀਆ ਦੇ ਲੋਕਾਂ ਨੂੰ ਬੰਦਾ ਭੁਲੇਖਾ ਦੇ ਸਕਦਾ ਵੀ ਮੇਰੇ ਕੋਲ ਸੱਚ ਦਾ ਖਜ਼ਾਨਾ ਹੈ, ਪਰ ਉਹ ਜਦੋਂ ਖਜ਼ਾਨਾ ਸੱਚ ਦੀ ਪਰਖ ਤੇ ਸੱਚ ਦੀ ਕਸਵੱਟੀ ਤੇ ਲੱਗੇਗਾ, ਫਿਰ ਪਤਾ ਲੱਗੇਗਾ ਉਹਦਾ ਮਾਰਕਾ ਹੀ ਸੱਚ ਦਾ ਸੀ, ਅੰਦਰ ਤਾਂ ਝੂਠ ਸੀ। ਮਹਾਰਾਜ ਕਹਿੰਦੇ ਕੂੜਾ ਸੌਦਾ ਕਰ ਗਏ। ਸਾਰੀ ਜ਼ਿੰਦਗੀ ਦੇ ਵਿੱਚ ਜਿਹੜਾ ਸੌਦਾ ਕੀਤਾ, ਵਣਜ ਕੀਤਾ, ਝੂਠਾ ਹੀ ਕੀਤਾ। ਤੇ ਆਖਰੀ ਸਮੇਂ ਹੋਇਆ ਕੀ? ਕਹਿੰਦੇ ਗੋਰੀ ਆਏ ਪਏ। ਆਖਰ ਝੂਠਾ ਸੌਦਾ ਇਕੱਠਾ ਕਰਕੇ ਕਬਰਾਂ ਦੇ ਵਿੱਚ ਜਾ ਪਏ। ਬਾਬਾ ਫਰੀਦ ਸਾਹਿਬ ਸੂਫੀ ਹੋਣ ਕਰਕੇ, ਇਸਲਾਮ ਮਤ ਦੇ ਵਿੱਚ ਪੈਦਾ ਹੋਏ ਹੋਣ ਕਰਕੇ ਉਹ ਕਬਰਾਂ ਦਾ ਬਹੁਤ ਜ਼ਿਕਰ ਕਰਦੇ ਨੇ ਬਾਣੀ ਵਿੱਚ, ਕਿਉਂਕਿ ਇਸਲਾਮ ਦੇ ਵਿੱਚ ਬੰਦੇ ਦੀ ਮ੍ਰਿਤੂ ਹੋਣ ਤੋਂ ਬਾਅਦ ਉਹਦੀ ਹਾਈਟ ਮਿਣੀ ਜਾਂਦੀ ਹੈ, ਉਹਦੇ ਸਰੀਰ ਦੀ ਲੰਬਾਈ ਮਿਣ ਕੇ ਉਸ ਤੋਂ ਬਾਅਦ ਉਹਦੀ ਕਬਰ ਤਿਆਰ ਕੀਤੀ ਜਾਂਦੀ ਹੈ, ਕਬਰ ਖੋਦੀ ਜਾਂਦੀ ਹੈ। ਵਧੀਆ ਢੰਗ ਦੇ ਨਾਲ ਅੰਦਰੋਂ ਕਬਰ ਖੋਦ ਕੇ ਤਿਆਰ ਕਰਕੇ ਫਿਰ ਉਸ ਬੰਦੇ ਦੀ ਬਾਡੀ ਨੂੰ ਕਬਰ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ। ਤੇ ਇਸਲਾਮ ਦਾ ਇੱਕ, ਇਸਲਾਮ ਮਤ ਵਾਲਿਆਂ ਦਾ ਇੱਕ ਖਿਆਲ ਹੈ, ਕਹਿੰਦੇ ਵੀ ਸਾਡੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਆਉਣਗੇ, ਤੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਉਣਗੇ ਇਹ ਸਾਰੇ ਮੁਰਦੇ ਜਿਹੜੇ ਨੇ ਕਬਰਾਂ ਦੇ ਵਿੱਚੋਂ ਉੱਠ ਕੇ ਬੈਠ ਜਾਣਗੇ, ਤੇ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਕਰਨਗੇ। ਤੇ ਔਰ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਉਹ ਬਿਸ਼ਤ ਨੂੰ ਜਾਣਗੇ, ਜਿਨ੍ਹਾਂ ਨੇ ਮਾੜੇ ਕੀਤੇ ਨੇ ਉਹ ਦੋਜ਼ਖ ਨੂੰ ਜਾਣਗੇ। ਇਦਾਂ ਦਾ ਇਸਲਾਮ ਮਤ ਦਾ ਇੱਕ ਪ੍ਰਚਲਿਤ ਖਿਆਲ ਹੈ।
तो बाबा कबीर साहब जी भी कई थावां ते इस चीज का जिक्र करते हैं। फरीद साहब तो सूफी होने करके बार बार जिक्र करते हैं, कहते कूड़ा सौदा कर गए गोरी आए पै। गोरी आए पै का अर्थ है कबरां दे विच जा पै, सारी जिंदगी झूठ दा कूड़ दा सौदा कट्ठा करते रहे। गुरु नानक साहब सच्चे पातशाह महाराज ने जे आख्या भी कूड़ राजा कूड़ प्रजा कूड़ सब संसार, एवें तां नहीं कही ये गल, एवें तां नहीं गुरु साहब ने यह शब्द वरत्या। ये शब्द वरत्या ही तां है क्योंकि बंदे दे प्रतੱਖ जीवन दे विचों कूड़ दिसदा सी। ते आखिरी पंक्ति विच यह भी आख्या ना भी कूड़ कूड़ै नेह लगा विसरिया करतार। झूठे मनुख दा झूठ दे विच स्नेह जुड़ गया, प्यार जुड़ गया, जिहड़ा करतार सी वो विसर गया। ते जदों करतार विसर जांदा है ना, उदों बंदा फिर रेते दे घर बनाउंदा है, रेते दे घर तैयार करी जांदा। रेता गिल्ला होवे ते उहदा घर तैयार करदे ने बच्चे। सूरज निकलदा, सूरज दी रोशनी, सूरज दीयां किरणां उस रेते दे उपर पैंदियां, सहजे सहजे ओदी गरमैश दे नाल पानी खत्म हुंदा जांदा है उहदे विचों, ਉਹ रेता किर किर के धरती के बराबर हो जाता है, क्योंकि उसकी बुनियाद नहीं है। बिनसत बार न लगई ज्यों कागद बूंदार। कागज के उपर पानी दियां बूंदां पैण ते कागज की कोई बुनियाद नहीं हुंदी, खत्म हो जाता है। एक बचन होर साझा करा। महाराज ने इस जीवन नूं इउं भी आख्या ज्यों बालू की भीत। बालू कहिंदे ने रेत नूं, भीत कहिंदे ने कंध नूं। इकल्ली रेत दी कंध किन्नी क देर खड़ी रहेगी? 2 4 10 20 मिनट खड़ी रहेगी। आखिर तां सूरज दीयां किरणां दे नाल ओह कंध नूं ढेरी होना पवेगा। मनुखी जीवन की बुनियाद जिहड़ी है वह सच ते नहीं है। अज झूठ ते बुनियाद खड़ी है, ते झूठ की बुनियाद किन्ना क चिर है। बिनसत बार ना लगई ज्यों कागद बूंदार। ये तो बिनसदियां इन्ना क टाइम लगता जिवें कागज के उपर पानी की बूंद पवे ते गल जाता है। तो महाराज ने बड़ी प्यारी बख्शिश की, आखदे फरीदा कोठे मंडप माड़ियां उसारिंदे पी गए। हर बंदे दा निशाना बस इत्थे है, घर वड्डा बना लो, कोठी वड्डी बना लो, वधिया शामियाने होण, वधिया सोहना घर होवे। इहो ही बंदा सारी जिंदगी च उसारी करी जा रहा। जीवन दी उसारी रुक गई है, बाहर दी उसारी बंदा कर रहा है। उसारी तां जीवन दी कर रही सी। उहदे तो दूजे नंबर ते साडा शरीर आउंदा है। फिर बंदा जिहदे घर दी उसारी कर लई है, फिर हुण शरीर दी उसारी वल भी बड़ा बंदा ध्यान दिंदा है। हथ पैर सोहणे होने चाहिए ने, मल मल के धोंदा है। सफाई रखनी बड़ी जरूरी है, बहुत जरूरी है। पर बंदे दी मनशा ये हुंदी है कि किधरे मेरे शरीर ते एक किणका भी मिट्टी दा ना लग जावे। बहुत सारे लोग ना जदों बाइक ते गड्डी मोटरसाइकिल ते सफ़र करते हैं, उन्हां दे शरीर रूप महल की बुनियाद देखना। उन्होंने शरीर कज्जिया, अखां मूँह तक सब कज्जिया हुंदा है। इत्थों तक बाहां भी कज्जियां हुंदियां, हथ भी कज्जे हुंदे ने। किधरे सूरज की रोशनी, सूरज दीयां किरणां दे नाल साडी स्किन काली ना हो जाए। बाहां तक कजे होंगे, पैरां तक गर्मी अत दी विच लोकां ने जुराबां पाईयां हुंदियां ने, वजह साडे पैर काले ना हो जाण। घर दी उसारी करदा है, फिर शरीर दी उसारी करदा, शरीर नूं संभालदा इस ढंग दे नाल। इस शरीर भी एक महल है। महाराज दी बाणी ने आख्या ना, जिथे नाम जपीए प्रभ प्यारे सई अस्तल सोहण चौबारे। ਉਹ ਚੌਬਾਰੇ ਸੋਹੰਦੇ ਨੇ, शरीर रूप चौबारे सोहने ने, जिथे
प्रभु का नाम जपिया जाता है। आख्या जिथे नाम ना जपीए मेरे गोइंदा सही नगर उजाड़ी जियो। जिथे रब दे नाम की गल नहीं हुंदी उन्हां नूं नगरां नूं उन्हां शरीर नगर नूं उजाड़ बियाबान आख्या है। तो महाराज कहंदे तू बाकी तो सब कुछ उसारदा क्यों, सारा शरीर नूं भी उसारदा क्यों, अपने रहण दे लई घर भी उसारदा क्यों नहीं उसारिया, ते तू चंगी सोच नूं नहीं उसारिया, चंगा जीवन नहीं उसारिया। इसलिए जिन्ना कुछ तू जीवन विच कीता वो सारा कूड़ा सौदा इकट्ठा किया, झूठा सौदा इकट्ठा किया। तू कूड़ा सौदा कर गए, गोरी आए पे, अखीर नूं जाके कबरां दे विच पै गए। सारी जिंदगी झूठा सौदा करते रहे, कूड़ इकट्ठा करते रहे, कूड़ ते जीवन की बुनियाद खड़ी रही। महाराज ने बड़े विस्तार दे नाल इस पावन बचन नूं जिहड़ा वा होर भी महाराज ने खोलिया। गरीब नवाज कहंदे कूड़ राजा कूड़ प्रजा कूड़ सब संसार, कूड़ मंडप कूड़ माड़ी, मंडप ते माड़ी, शामियां ने झूठे ने, कूड़े ने, मैल माड़ियां कूड़ियां ने। कदों जदों रब दे नाम की गल नहीं हुंदी। उहनूं तां शमशान दे वर्गा आख्या, उहनूं ते कब्रस्तान वर्गा आख्या जिथे रब दे नाम की गल नहीं हुंदी। जिस घर विच सच नहीं है, जिस घर विच परमात्मा दा शुक्र नहीं है, महाराज कहंदे ते घर मरहट सारखे भूत बसै तिन माही। वो तां घर ही शमशान वर्गा आख्या। उदों तां घर नूं ही महाराज ने आख्या उत्ते कबर मड़ियां वर्गा है जिथे रब दे नाम की गल नहीं। तो खैर सतगुरु आखदे कूड़ा सौदा कर गए, गोरी आए पे, कबरां दे विच जा पए ने झूठा सौदा इकट्ठा करके। आओ गुरु के प्यारिओ, बाणी सानू आखदी है वणज करो वणजारिओ, वखर लिहो संभाल, तैसी वस्त वसाई है जैसी निभ है नाल। उस वस्तु का वपार करया कर जिहड़ी तेरा जीवन का सफर तय करदियां करदियां तेरे नाल निभनी है। उस वस्तु का वपारी बन। बड़ा कीमती बचन महाराज ने उदाहरणां दे सहित कीता है। सतगुरु कहंदे मैं बनजारन राम की, तेरा नाम वखर व्यापार जी। तेरे नाम का वखर सौदा मैं इकट्ठा करांगी, तेरे नाम का व्यापार करांगी। मैं जीव इस्त्री तेरे नाम की बनजारना, तेरे नाम का व्यापार करन वाली हां, तेरे नाम की पूंजी इकत्तर करा। हे सच्चा पातशाह मेरे ते इदां दी किरपा कर, हरणी होवां बन बसां कंद मूल चुन खाऊं। इदां दियां उदाहरणां दित्तियां ने। मछली होवां जल बसां जी जंत सब सार, नागण होवां धर बसां शब्द वसे पौ जाए। वेखो किन्ने कमाल दे बचन आखे महाराज ने बाणी विच। फिर उदाहरण दिती है कोकल होवां अंब बसां सहज शब्द विचार। जिवें कोयल एक अंब ते बैठी है ते बड़े कीमती बोल उहदे बड़े मिठास वाले ने, रस वाले ने। सच्चा पातशाह मैं तेरे सोहणे इस बाग बगीचे दे विच जे आया ते मेरे ते इन्नी क बख्शिश कर दे, मेरे बचनां च भी सुधार हो जावे। मैं एक रस तेरे नाम की धुनी अपनी रसना तो गाउणी आरंभ कर देवां। इन्नी क मेरे ते कृपा कर दे कि मैं तेरे नाम का ही वणज करां, व्यापार करां। सो गुरु रहमत करे सानू सारियां नू इस जीवन की सोझी आ जावे ते जीवन की उसारी करनी आ जावे। गुण इकत्तर करके इस संसार तो असीं जदों भी जाइए असीं लाहा प्राप्त करके जाइए, जीवन की कमाई करके जाइए, किधरे खाली ना मुड़ जाइए, किधरे इदां दा ना होवे कि सारी जिंदगी अपने धंधे धंधारां दे विच जां उलझणां दे विच बतीत करके आखिर नूं पछतावा पल्ले दे विच लैके इत्थों तुर जाइए। इदां दा ना होवे। सतगुरु रहमत करे सानू सबनां नूं गुरसिੱਖੀ दी दात ते चढ़दी कला वाला जीवन बख्शिश करन। भुल चुक दी खिमा बख्शणी। सब दा धन्नवाद। शुकराना मालक जी दा। आओ गुरु फतेह नाल सांझ करो। आखो जी वाहिगुरू जी का खालसा